ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਸੰਗੇੜਾ। ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਸਪਾਊਸ ਵੀਜ਼ੇ ਵਾਲੇ ਹੋ ਰਹੇ ਪਰੇਸ਼ਾਨ, IRCC ਕੋਲ ਵੱਧ ਰਿਹਾ ਬੈਕਲੌਗ। ਮਾਂ-ਬਾਪ ਲਈ 10 ਸਾਲ ਦੇ ਵੀਜ਼ੇ ਦੀ ਮੰਗ, ਮੰਤਰੀ ਚਾਹੁੰਦੇ ਹਨ ਇਸ ਵਿੱਚ ਬਦਲਾਅ। ਵੱਧ ਰਹੀ ਮਹਿੰਗਾਈ ਬਾਰੇ ਬੋਲੇ ਜਗਮੀਤ ਸਿੰਘ, ਲਿਬਰਲ ਸਰਕਾਰ ਨੂੰ ਲਿਆ ਨਿਸ਼ਾਨੇ ਤੇ। ਟਰੱਕ ਵਾਲਿਆਂ ਨੂੰ ਟੋਲ ਤੋਂ ਮਿਲੇਗੀ ਰਾਹਤ, NDP ਨੇ ਕੀਤਾ ਇਸ ਦਾ ਵਾਅਦਾ। 18,000 ਘਰਾਂ ਦੀ ਬਿਜਲੀ ਗੁੱਲ, BC ਤੋਂ ਆਈ ਇਸ ਦੀ ਜਾਣਕਾਰੀ। ਬਹੁਤ ਸਾਰੇ ਲੋਕ ਆਪਣੇ ਵੀਜ਼ੇ ਦਾ ਇੰਤਜ਼ਾਰ ਕਰ ਰਹੇ ਹਨ। ਸਪਾਊਸ ਵੀਜ਼ਾ ਵਾਲੇ ਵੀ ਇੰਤਜ਼ਾਰ ਕਰ ਰਹੇ ਨੇ ਕਿ ਕਦੋਂ ਉਹਨਾਂ ਦੀਆਂ ਫਾਈਲਾਂ ਤੇ ਫੈਸਲਾ ਆਵੇ। ਬਹੁਤ ਸਾਰੇ ਲੋਕ ਤਾਂ ਅਜਿਹੇ ਨੇ ਜਿਨ੍ਹਾਂ ਵੱਲੋਂ ਕਾਫੀ ਸਾਲਾਂ ਤੋਂ ਫਾਈਲ ਲਗਾਈ ਹੋਈ ਹੈ, ਪਰ ਵਿਭਾਗ ਵੱਲੋਂ ਅਜੇ ਇਸ ਉੱਪਰ ਕੋਈ ਵੀ ਫੈਸਲਾ ਨਹੀਂ ਸੁਣਾਇਆ ਗਿਆ। IRCC ਵੱਲੋਂ ਲਗਾਤਾਰ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਫਾਈਲਾਂ ਦਾ ਬੈਕਲੌਗ ਵੱਧ ਰਿਹਾ ਹੈ। 2 ਮਿਲੀਅਨ ਤੋਂ ਵੱਧ ਲੋਕ ਇਸ ਸਮੇਂ ਫੈਸਲੇ ਦਾ ਇੰਤਜ਼ਾਰ ਕਰ ਰਹੇ ਨੇ, ਪਰ ਦੂਜੇ ਪਾਸੇ ਲੋਕ ਕਾਫੀ ਪਰੇਸ਼ਾਨ ਹੋ ਰਹੇ ਹਨ। ਇਮੀਗ੍ਰੇਸ਼ਨ ਵਿਭਾਗ ਕੋਲ ਲਗਾਤਾਰ ਫਾਈਲਾਂ ਦਾ ਬੈਕਲੌਗ ਵੱਧ ਰਿਹਾ ਹੈ, ਜਿਸ ਕਾਰਨ ਵੀਜ਼ੇ ਦੀ ਉਡੀਕ ਕਰਨ ਵਾਲੇ ਅਤੇ PR ਦੀ ਉਡੀਕ ਕਰਨ ਵਾਲੇ ਕਾਫੀ ਪਰੇਸ਼ਾਨ ਹੋ ਰਹੇ ਨੇ। ਬਹੁਤ ਸਾਰੇ ਸਪਾਊਸ ਅਜਿਹੇ ਹਨ ਜਿਹੜੇ ਕਾਫੀ ਲੰਬੇ ਸਮੇਂ ਤੋਂ ਆਪਣੇ ਪਾਰਟਨਰ ਤੋਂ ਦੂਰ ਬੈਠੇ ਨੇ, ਜਿਨ੍ਹਾਂ ਵੱਲੋਂ ਇੰਤਜ਼ਾਰ ਕੀਤਾ ਜਾ ਰਿਹਾ ਹੈ ਕਿ ਕਦੋਂ ਉਹਨਾਂ ਦੀਆਂ ਫਾਈਲਾਂ ਤੇ ਫੈਸਲਾ ਆਵੇ। ਇਸ ਤੋਂ ਬਾਅਦ ਬਹੁਤ ਸਾਰੇ ਅਜਿਹੇ ਕੈਨੇਡਾ ਵਿੱਚ ਵੀ ਬੈਠੇ ਨੇ ਜਿਹੜੇ PR ਦਾ ਇੰਤਜ਼ਾਰ ਕਰ ਰਹੇ ਨੇ, ਜਿਨ੍ਹਾਂ ਵੱਲੋਂ Tier 2 PR ਪ੍ਰੋਗਰਾਮ ਜਾਂ ਫਿਰ ਹੋਰ ਕਿਸੇ ਪ੍ਰੋਗਰਾਮ ਰਾਹੀਂ ਫਾਈਲ ਲਗਾਈ ਗਈ ਹੈ, ਪਰ ਉਹਨਾਂ ਦੀ ਫਾਈਲ ਤੇ ਅਜੇ ਫੈਸਲਾ ਨਹੀਂ ਆ ਰਿਹਾ। ਇਸ ਤਰ੍ਹਾਂ ਦੇ ਐਪਲੀਕੈਂਟਸ ਲਗਾਤਾਰ ਆਪਣੀ ਪਰੇਸ਼ਾਨੀ ਦੱਸਦੇ ਹੋਏ ਦਿਖਾਈ ਦੇ ਰਹੇ ਨੇ। ਇਮੀਗ੍ਰੇਸ਼ਨ ਵਿਭਾਗ ਵੱਲੋਂ ਪਿਛਲੇ ਦਿਨੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ 2 ਮਿਲੀਅਨ ਤੋਂ ਵੱਧ ਲੋਕ ਇਸ ਸਮੇਂ ਫਾਈਲਾਂ ਤੇ ਫੈਸਲੇ ਦਾ ਇੰਤਜ਼ਾਰ ਕਰ ਰਹੇ ਨੇ। ਉਨ੍ਹਾਂ ਦਾ ਕਹਿਣਾ ਹੈ ਕਿ ਕਰੋਨਾ ਪੈਂਡੇਮਿਕ ਕਾਰਨ ਜਿਹੜੀਆਂ ਪਾਬੰਦੀਆਂ ਲਗਾਈਆਂ ਗਈਆਂ ਤੇ ਬਾਅਦ ਵਿੱਚ ਯੂਕਰੇਨ ਵਾਸਤੇ ਜਿਹੜਾ ਸਪੈਸ਼ਲ ਪ੍ਰੋਗਰਾਮ ਲਿਆਂਦਾ ਗਿਆ, ਉਸ ਤੋਂ ਬਾਅਦ ਫਾਈਲਾਂ ਦਾ ਬੈਕਲੌਗ ਹੋਰ ਵੀ ਵੱਧ ਗਿਆ। ਵਿਭਾਗ ਤਾਂ ਲਗਾਤਾਰ ਇਹ ਜਾਣਕਾਰੀ ਦੇ ਰਿਹਾ ਹੈ ਕਿ ਉਹਨਾਂ ਕੋਲ ਫਾਈਲਾਂ ਦਾ ਬੈਕਲੌਗ ਇਕੱਠਾ ਹੋ ਗਿਆ, ਪਰ ਦੂਜੇ ਪਾਸੇ ਐਪਲੀਕੈਂਟਸ ਨੂੰ ਕਾਫੀ ਪਰੇਸ਼ਾਨੀ ਆ ਰਹੀ ਹੈ। ਬਹੁਤ ਸਾਰੇ ਲੋਕ ਫਰਸਟ੍ਰੇਟ ਹੋ ਰਹੇ ਨੇ, ਜਿਹੜੇ ਲਗਾਤਾਰ ਆਪਣੀ ਪਰੇਸ਼ਾਨੀ ਦੱਸਦੇ ਹੋਏ ਦਿਖਾਈ ਦੇ ਰਹੇ ਨੇ। ਹਾਲਾਂਕਿ ਪਿਛਲੇ ਦਿਨੀ ਇਮੀਗ੍ਰੇਸ਼ਨ ਵਿਭਾਗ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਕਿ ਉਹਨਾਂ ਵੱਲੋਂ ਫਾਈਲਾਂ ਤੇ ਜਲਦ ਫੈਸਲਾ ਸੁਣਾਇਆ ਜਾਏਗਾ। ਪਹਿਲਾਂ ਸਪਾਊਸ ਵੀਜ਼ਾ ਬਾਰੇ ਵੀ ਜਾਣਕਾਰੀ ਦਿੱਤੀ ਗਈ ਤੇ ਹੁਣ ਪਿਛਲੇ ਦਿਨੀ ਉਹਨਾਂ ਵੱਲੋਂ ਐਕਸਪ੍ਰੈਸ ਐਂਟਰੀ ਉਮੀਦਵਾਰਾਂ ਦੀਆਂ ਫਾਈਲਾਂ ਦੇ ਸੰਬੰਧ ਵਿੱਚ ਵੀ ਅਪਡੇਟ ਸਾਂਝੀ ਕੀਤੀ। ਹੁਣ ਐਪਲੀਕੈਂਟਸ ਚਾਹੁੰਦੇ ਨੇ ਕਿ ਜਲਦ ਸਰਕਾਰ ਉਹਨਾਂ ਦੀਆਂ ਫਾਈਲਾਂ ਤੇ ਫੈਸਲਾ ਸੁਣਾਵੇ, ਕਿਉਂਕਿ ਬਹੁਤਿਆਂ ਨੂੰ ਤਾਂ ਕਾਫੀ ਲੰਬਾ ਸਮਾਂ ਹੋ ਗਿਆ ਇੰਤਜ਼ਾਰ ਕਰਦਿਆਂ। ਮਾਂ-ਬਾਪ ਨੂੰ ਕੈਨੇਡਾ ਵਿੱਚ 10 ਸਾਲ ਦਾ ਵੀਜ਼ਾ ਮਿਲਣਾ ਚਾਹੀਦਾ ਹੈ। ਇਹ ਮੰਗ ਮੈਂਬਰ ਪਾਰਲੀਮੈਂਟ ਵੱਲੋਂ ਕੀਤੀ ਜਾ ਰਹੀ ਹੈ। ਕੰਜ਼ਰਵੇਟਿਵ ਪਾਰਟੀ ਨਾਲ ਸੰਬੰਧਿਤ ਇਹ ਮੈਂਬਰ ਪਾਰਲੀਮੈਂਟ ਨੇ, ਜਿਨ੍ਹਾਂ ਵੱਲੋਂ ਇੱਕ ਬਿੱਲ ਪ੍ਰਪੋਜ਼ ਕੀਤਾ ਜਾਵੇਗਾ। ਮੰਗ ਹੈ ਕਿ ਸੁਪਰ ਵੀਜ਼ਾ ਵਿੱਚ ਕੁਝ ਤਬਦੀਲੀਆਂ ਕੀਤੀਆਂ ਜਾਣ ਤੇ ਜ਼ਿਆਦਾ ਮੌਕਾ ਮਾਂ-ਬਾਪ ਨੂੰ ਕੈਨੇਡਾ ਵਿੱਚ ਰਹਿਣ ਦਾ ਦਿੱਤਾ ਜਾਵੇ। ਕੈਨੇਡਾ ਦੇ ਸਿਆਸਤਦਾਨ ਚਾਹੁੰਦੇ ਹਨ ਕਿ ਮਾਂ-ਬਾਪ ਵਾਸਤੇ ਸੁਪਰ ਵੀਜ਼ਾ ਸੰਬੰਧੀ ਹੁਣ ਕੁਝ ਬਿਹਤਰ ਕਦਮ ਚੁੱਕੇ ਜਾਣ। ਜੀ ਹਾਂ, ਕੈਨੇਡਾ ਦੇ ਮੈਂਬਰ ਆਫ ਪਾਰਲੀਮੈਂਟ ਸੀਬੈਕ ਵੱਲੋਂ ਇੱਕ ਨਵਾਂ ਬਿੱਲ ਪ੍ਰਪੋਜ਼ ਕੀਤਾ ਜਾਵੇਗਾ। ਇਸ ਰਾਹੀਂ ਜਿਹੜੇ ਕੈਨੇਡਾ ਆਉਣ ਵਾਲੇ ਮਾਂ-ਬਾਪ ਨੇ, ਉਹਨਾਂ ਨੂੰ ਮਦਦ ਮਿਲ ਸਕੇਗੀ। ਇਸ ਬਦਲਾਅ ਵਿੱਚ ਮਾਂ-ਬਾਪ ਵਾਸਤੇ ਸੁਪਰ ਵੀਜ਼ਾ ਨੂੰ ਸ਼ਾਮਿਲ ਕੀਤਾ ਗਿਆ। ਮੌਜੂਦਾ ਸਮੇਂ ਜਿਹੜੇ ਮਾਂ-ਬਾਪ ਸੁਪਰ ਵੀਜ਼ਾ ਰਾਹੀਂ ਕੈਨੇਡਾ ਵਿੱਚ ਆਉਂਦੇ ਨੇ, ਉਹਨਾਂ ਨੂੰ 2 ਸਾਲ ਬਾਅਦ ਆਪਣਾ ਸਟੇਟਸ ਰੀਨਿਊ ਕਰਨਾ ਪੈਂਦਾ ਹੈ, ਪਰ ਹੁਣ ਮੈਂਬਰ ਪਾਰਲੀਮੈਂਟ ਚਾਹੁੰਦੇ ਨੇ ਕਿ ਇਸ ਨੂੰ ਵਧਾ ਕੇ 10 ਸਾਲ ਤੱਕ ਕਰ ਦਿੱਤਾ ਜਾਵੇ, ਤਾਂ ਕਿ ਮਾਂ-ਬਾਪ ਕਈ ਵਾਰ ਕੈਨੇਡਾ ਵਿੱਚ ਆ ਸਕਣ। ਇਸ ਨਾਲ ਸੰਬੰਧਿਤ ਮੈਂਬਰ ਪਾਰਲੀਮੈਂਟ ਵੱਲੋਂ ਬਿੱਲ C-242 ਪ੍ਰਪੋਜ਼ ਕੀਤਾ ਜਾਵੇਗਾ। ਇਸ ਵਿੱਚ ਸੀਬੈਕ ਚਾਹੁੰਦੇ ਨੇ ਕਿ ਮਾਂ-ਬਾਪ ਨੂੰ ਕੈਨੇਡਾ ਵਿੱਚ 5 ਸਾਲ ਤੱਕ ਰਹਿਣ ਦਾ ਮੌਕਾ ਦਿੱਤਾ ਜਾਵੇ, ਜਿਸ ਵਾਸਤੇ ਉਹਨਾਂ ਨੂੰ ਆਪਣਾ ਵੀਜ਼ਾ ਰੀਨਿਊ ਨਾ ਕਰਵਾਉਣਾ ਪਵੇ। ਉਹ ਚਾਹੁੰਦੇ ਨੇ ਕਿ ਇਸ ਸੁਪਰ ਵੀਜ਼ਾ ਵਿੱਚ ਐਪਲੀਕੈਂਟਸ ਨੂੰ ਮੈਡੀਕਲ ਇੰਸ਼ੋਰੈਂਸ ਖਰੀਦਣ ਦਾ ਵੀ ਹੱਕ ਦਿੱਤਾ ਜਾਵੇ, ਜੋ ਕਿ ਕੈਨੇਡਾ ਤੋਂ ਇਲਾਵਾ ਬਾਕੀ ਦੇਸ਼ਾਂ ਦਾ ਹੋਵੇ। ਹੁਣ ਸੀਬੈਕ ਵੱਲੋਂ ਇਸ ਬਿੱਲ ਨੂੰ ਪ੍ਰਪੋਜ਼ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ, ਜਿਸ ਤੋਂ ਬਾਅਦ ਬਾਕੀ ਦਾ ਪ੍ਰੋਸੀਜਰ ਹੋਵੇਗਾ। ਵੱਧ ਰਹੀ ਮਹਿੰਗਾਈ ਬਾਰੇ NDP ਲੀਡਰ ਜਗਮੀਤ ਸਿੰਘ ਬੋਲੇ ਨੇ। ਉਹਨਾਂ ਵੱਲੋਂ ਆਪਣੇ ਵਿਚਾਰ ਸਾਂਝੇ ਕੀਤੇ ਗਏ। ਜਗਮੀਤ ਸਿੰਘ ਕਹਿੰਦੇ ਨੇ ਕਿ ਲਗਾਤਾਰ ਕੈਨੇਡਾ ਵਿੱਚ ਮਹਿੰਗਾਈ ਵੱਧ ਰਹੀ ਹੈ, ਜਿਸ ਸੰਬੰਧੀ ਉਹਨਾਂ ਨੇ ਲਿਬਰਲ ਪਾਰਟੀ ਤੇ ਨਿਸ਼ਾਨਾ ਸਾਧਿਆ। ਕੈਨੇਡਾ ਵਿੱਚ ਲਗਾਤਾਰ ਵੱਧ ਰਹੀ ਮਹਿੰਗਾਈ ਬਾਰੇ NDP ਲੀਡਰ ਜਗਮੀਤ ਸਿੰਘ ਬੋਲੇ ਨੇ। ਉਹਨਾਂ ਕਿਹਾ ਕਿ ਇੱਕ ਵਾਰ ਫਿਰ ਤੋਂ ਕੈਨੇਡਾ ਵਿੱਚ ਇਨਫਲੇਸ਼ਨ ਰੇਟ ਰਿਕਾਰਡ ਪੱਧਰ ਉੱਪਰ ਪਹੁੰਚ ਗਿਆ ਹੈ। ਇਸ ਦੌਰਾਨ ਉਹਨਾਂ ਵੱਲੋਂ ਲਿਬਰਲ ਅਤੇ ਕੰਜ਼ਰਵੇਟਿਵ ਪਾਰਟੀ ਉੱਪਰ ਨਿਸ਼ਾਨਾ ਸਾਧਿਆ ਗਿਆ। ਹੁਣ NDP ਲੀਡਰ ਵੱਲੋਂ ਇਸ ਸਭ ਬਾਰੇ ਆਪਣੇ ਕੀ ਵਿਚਾਰ ਪੇਸ਼ ਕੀਤੇ ਗਏ ਨੇ, ਆਓ ਤੁਹਾਨੂੰ ਸੁਣਾਉਂਦੇ ਹਾਂ ਉਹਨਾਂ ਦੀ ਜ਼ੁਬਾਨੀ। Anytime we see inflation, we know this to be true, that there are some companies or many companies that benefit, the wealthy benefit off inflation, but people and workers and families are hurt by it. And the solution always seems to be, well, then families just have to bear the pain. Interest rates go up, which only continue to put pressure on families that are struggling.
And I reject that that is the only approach. Why is it that when times are hard, we only consider the option of putting more pressure on families? I think that's wrong. I think what we should do when times are tough, we should help out families. And we know that there are winners and losers when the cost of living goes up. There's winners and losers when there's inflation. And the ones who are winners, the super wealthy, large corporations who benefit off inflation, should contribute more. And it should not be families that bear the price or bear the burden of it. ਪਰ ਦੱਸ ਦਈਏ ਕਿ ਲਗਾਤਾਰ ਜਗਮੀਤ ਸਿੰਘ ਵੱਧ ਰਹੀ ਮਹਿੰਗਾਈ ਅਤੇ ਗੈਸ ਦੀਆਂ ਕੀਮਤਾਂ ਬਾਰੇ ਆਪਣੀ ਆਵਾਜ਼ ਬੁਲੰਦ ਕਰਦੇ ਹੋਏ ਦਿਖਾਈ ਦਿੱਤੇ। ਪਹਿਲਾਂ ਵੀ ਕਈ ਵਾਰ ਉਹ ਇਸ ਮਸਲੇ ਤੇ ਬੋਲੇ ਨੇ ਤੇ ਇੱਕ ਵਾਰ ਫਿਰ ਤੋਂ ਉਹਨਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ। ਟਰੱਕ ਵਾਲਿਆਂ ਨੂੰ ਟੋਲ ਤੋਂ ਰਾਹਤ ਮਿਲੇਗੀ। ਐਨਡੀਪੀ ਪਾਰਟੀ ਵੱਲੋਂ ontario ਦੀਆਂ ਚੋਣਾਂ ਤੋਂ ਪਹਿਲਾਂ ਵੱਡਾ ਵਾਅਦਾ ਕੀਤਾ ਗਿਆ, ਜਿੱਥੇ ਉਹਨਾਂ ਨੇ ਇਸ ਸੰਬੰਧੀ ਐਲਾਨ ਕਰਦਿਆਂ ਦੱਸਿਆ ਕਿ ਹੁਣ ਟਰੱਕ ਡਰਾਈਵਰਸ ਨੂੰ ਟੋਲ ਤੋਂ ਰਾਹਤ ਦਿੱਤੀ ਜਾਵੇਗੀ। ontario ਚੋਣ ਵਾਲੀਆਂ ਚੋਣਾਂ ਤੋਂ ਪਹਿਲਾਂ ontario ਐਨਡੀਪੀ ਵੱਲੋਂ ਟਰੱਕਰਸ ਨੂੰ ਵੱਡੀ ਰਾਹਤ ਦੇਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਉਨ੍ਹਾਂ ਦੀ ਬਣੀ ਤਾਂ ਹਾਈਵੇ 407 ਤੇ ਟਰੱਕਰਸ ਨੂੰ ਟੋਲ ਦੇਣ ਦੀ ਜ਼ਰੂਰਤ ਨਹੀਂ ਹੋਵੇਗੀ। ਇਸ ਬਾਰੇ ਹੋਰ ਕੀ ਡੀਟੇਲ ਸਾਹਮਣੇ ਆਈ ਹੈ, ਆਓ ਤੁਹਾਨੂੰ ਸੁਣਾਉਂਦੇ ਹਾਂ। You can only do that by getting rid of Doug Ford. Defeating Doug Ford is job number one. And what I'm asking folks is that all of those things that we agree need to be fixed and can be fixed, the way to fix them this time is with a vote for the NDP. We are in the best position to defeat Doug Ford. And the only way we're going to be able to get the things that matter most to people fixed is by voting NDP. That's what I'm asking voters to do this time. Job number one for all of us who believe in the things that I've been talking about this morning and all throughout this campaign. Job number one for all of us is to defeat Doug Ford. What I'm saying to people is you don't have to go back to a disappointment. You can have a premier that does what she says she's going to do. And when it comes to Doug Ford, look, that guy is not a friend of working people. He likes to pretend he's a friend of working people, but he certainly is not. I'm proud to always have stood with working people from before I was ever even elected until this moment in time. Before elections, during elections, and after elections, I stand with the working people of this province. They're the ones who 18,000 ਦੇ ਕਰੀਬ ਘਰਾਂ ਦੀ ਬਿਜਲੀ ਗੁੱਲ ਹੋ ਗਈ। ਬ੍ਰਿਟਿਸ਼ ਕੋਲੰਬੀਆ ਹਾਈਡਰੋ ਵੱਲੋਂ ਇਸ ਦੀ ਜਾਣਕਾਰੀ ਦਿੱਤੀ ਗਈ। ਉਹਨਾਂ ਕਿਹਾ ਕਿ ਜ਼ਿਆਦਾ ਕ੍ਰਿਊ ਨੂੰ ਬੁਲਾਇਆ ਜਾ ਰਿਹਾ ਤਾਂ ਕਿ ਜਲਦ ਇਸ ਮਸਲੇ ਦਾ ਹੱਲ ਕੱਢ ਲਿਆ ਜਾਵੇ। ਵੈਨਕੂਵਰ ਆਈਲੈਂਡ ਵਿੱਚ 18,000 ਦੇ ਕਰੀਬ ਲੋਕਾਂ ਨੂੰ ਬਿਨਾਂ ਬਿਜਲੀ ਦੇ ਰਹਿਣਾ ਪੈ ਰਿਹਾ ਹੈ। ਜੀ ਹਾਂ, ਤਾਜ਼ਾ ਜਾਣਕਾਰੀ ਸਾਹਮਣੇ ਆਈ ਜਿੱਥੇ ਦੱਸਿਆ ਜਾ ਰਿਹਾ ਹੈ ਕਿ ਵਿੰਡ ਸਟ੍ਰੋਮ ਤੋਂ ਬਾਅਦ 18,000 ਦੇ ਕਰੀਬ ਬ੍ਰਿਟਿਸ਼ ਕੋਲੰਬੀਆ ਹਾਈਡਰੋ ਗ੍ਰਾਹਕ ਅਜਿਹੇ ਨੇ ਜਿਨ੍ਹਾਂ ਨੂੰ ਬਿਨਾਂ ਬਿਜਲੀ ਦੇ ਰਹਿਣਾ ਪੈ ਰਿਹਾ ਹੈ। ਇਸ ਤੋਂ ਇਲਾਵਾ ਸਾਊਥ ਆਈਲੈਂਡ ਵਿੱਚ ਵੀ 14,000 ਦੇ ਕਰੀਬ ਪ੍ਰਭਾਵਿਤ ਹੋ ਰਹੇ ਨੇ। ਬ੍ਰਿਟਿਸ਼ ਕੋਲੰਬੀਆ ਹਾਈਡਰੋ ਵੱਲੋਂ ਤਾਜ਼ਾ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਗਿਆ ਕਿ ਉਹਨਾਂ ਵੱਲੋਂ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਦੁਬਾਰਾ ਇੱਥੇ ਬਿਜਲੀ ਚਾਲੂ ਕਰ ਦਿੱਤੀ ਜਾਏ। ਉਹਨਾਂ ਵੱਲੋਂ ਜ਼ਿਆਦਾ ਕ੍ਰਿਊ ਲਿਆਂਦੇ ਜਾ ਰਹੇ ਨੇ ਤਾਂ ਕਿ ਜਲਦ ਤੋਂ ਜਲਦ ਇਸ ਦਾ ਨਿਪਟਾਰਾ ਕਰ ਲਿਆ ਜਾਵੇ। ਇਸ ਤੋਂ ਇਲਾਵਾ ਬ੍ਰਿਟਿਸ਼ ਕੋਲੰਬੀਆ ਹਾਈਡਰੋ ਵੱਲੋਂ ਆਮ ਲੋਕਾਂ ਨੂੰ ਸੰਯਮ ਬਣਾ ਕੇ ਰੱਖਣ ਵਾਸਤੇ ਕਿਹਾ ਹੈ। ਜਾਣਕਾਰੀ ਮੁਤਾਬਕ ਕਈ ਥਾਵਾਂ ਤੇ ਦਰੱਖਤ ਡਿੱਗਣ ਕਾਰਨ ਪਾਵਰ ਲਾਈਨਸ ਪ੍ਰਭਾਵਿਤ ਹੋ ਗਈਆਂ, ਜਿਸ ਤੋਂ ਬਾਅਦ ਕਈ ਘਰਾਂ ਦੀ ਬਿਜਲੀ ਗੁੱਲ ਹੋ ਗਈ ਹੈ। ਇਸ ਤੋਂ ਇਲਾਵਾ ਜਾਣਕਾਰੀ ਦਿੱਤੀ ਗਈ ਕਿ ਬੁੱਧਵਾਰ ਨੂੰ ਤੇਜ਼ ਹਵਾਵਾਂ ਚੱਲਣ ਕਾਰਨ ਦਰੱਖਤ ਡਿੱਗਣ ਦੇ ਕਾਰਨ 55,000 ਦੇ ਕਰੀਬ ਘਰਾਂ ਦੀ ਬਿਜਲੀ ਚਲੀ ਗਈ ਸੀ। ਹੁਣ ਜੋ ਤਾਜ਼ਾ ਅਪਡੇਟ ਦਿੱਤੀ ਗਈ ਉਸ ਵਿੱਚ ਦੱਸਿਆ ਗਿਆ ਕਿ ਜਿਹੜੇ ਘਰ ਫਿਲਹਾਲ ਬਿਜਲੀ ਤੋਂ ਬਿਨਾਂ ਨੇ, ਜਲਦ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇੱਥੇ ਬਿਜਲੀ ਚਾਲੂ ਕਰ ਦਿੱਤੀ ਜਾਵੇ। ontario ਦੀਆਂ ਚੋਣਾਂ ਤੋਂ ਪਹਿਲਾਂ ਐਨਡੀਪੀ ਪਾਰਟੀ ਨੂੰ ਵੱਡਾ ਝਟਕਾ ਲੱਗਾ ਹੈ, ਜਿੱਥੇ ontario ਐਨਡੀਪੀ ਲੀਡਰ ਕਰੋਨਾ ਵਾਇਰਸ ਨਾਲ ਪੋਜ਼ਿਟਿਵ ਪਾਏ ਗਏ। ਇਸ ਤੋਂ ਪਹਿਲਾਂ ਇੱਕ ਹੋਰ ਲੀਡਰ ਵੀ ਕਰੋਨਾ ਵਾਇਰਸ ਦੀ ਲਪੇਟ ਵਿੱਚ ਆ ਚੁੱਕੇ ਨੇ। ਹੁਣ ਕਿਹਾ ਜਾ ਰਿਹਾ ਹੈ ਕਿ ਵਰਚੁਅਲ ਤਰੀਕੇ ਨਾਲ ਉਮੀਦਵਾਰਾਂ ਵੱਲੋਂ ਸੰਬੋਧਨ ਜਾਰੀ ਰੱਖਿਆ ਜਾਵੇਗਾ। ਕੈਨੇਡਾ ਦੇ ਕਈ ਵੱਡੇ ਲੀਡਰਸ ਹੁਣ ਤੱਕ ਕਰੋਨਾ ਵਾਇਰਸ ਦੀ ਲਪੇਟ ਵਿੱਚ ਆ ਚੁੱਕੇ ਨੇ। ਇਸੇ ਵਿੱਚ ਇੱਕ ਨਵਾਂ ਨਾਮ ਸਾਹਮਣੇ ਆਇਆ ontario ਐਨਡੀਪੀ ਲੀਡਰ ਦਾ, ਜਿਹੜੇ ਕਰੋਨਾ ਪੋਜ਼ਿਟਿਵ ਪਾਏ ਗਏ ਹਨ। ਜੀ ਹਾਂ, ontario ਐਨਡੀਪੀ ਲੀਡਰ ਐਂਡਰੀਆ ਹਾਰਥਵੇ ਕਰੋਨਾ ਵਾਇਰਸ ਨਾਲ ਸੰਕਰਮਿਤ ਹੋ ਗਏ। ਇਸ ਤੋਂ ਪਹਿਲਾਂ ontario ਗ੍ਰੀਨ ਪਾਰਟੀ ਲੀਡਰ ਵੀ ਕਰੋਨਾ ਵਾਇਰਸ ਦੀ ਲਪੇਟ ਵਿੱਚ ਆ ਚੁੱਕੇ ਨੇ। ontario ਐਨਡੀਪੀ ਲੀਡਰ ਹਾਰਥਵੇ ਦੇ ਕਰੋਨਾ ਸੰਕਰਮਿਤ ਹੋਣ ਤੋਂ ਬਾਅਦ ਉਹਨਾਂ ਨੇ ਖੁਦ ਇਸ ਦੀ ਜਾਣਕਾਰੀ ਸਾਂਝੀ ਕੀਤੀ। ਉਹਨਾਂ ਦੱਸਿਆ ਕਿ ਸਵੇਰ ਸਮੇਂ ਇੱਕ ਰੈਪਿਡ ਟੈਸਟ ਕੀਤਾ ਗਿਆ, ਜਿਸ ਦਾ ਨਤੀਜਾ ਪੋਜ਼ਿਟਿਵ ਆਇਆ। ਉਹਨਾਂ ਕਿਹਾ ਕਿ ਉਹਨਾਂ ਨੂੰ ਆਪਣੇ ਮੇਲ ਜੋਲ ਦੇ ਪ੍ਰੋਗਰਾਮ ਵਿੱਚ ਕੁਝ ਤਬਦੀਲੀ ਕਰਨੀ ਪਵੇਗੀ, ਪਰ ਉਹ ਦੇਖਣਗੇ ਕਿ ਕਿਵੇਂ ਲੋਕਾਂ ਨਾਲ ਸੁਰੱਖਿਅਤ ਤਰੀਕੇ ਨਾਲ ਜੁੜਿਆ ਜਾ ਸਕਦਾ ਹੈ। ਦੱਸ ਦਈਏ ਕਿ ontario ਐਨਡੀਪੀ ਲੀਡਰ ਉਸ ਵੇਲੇ ਕਰੋਨਾ ਪੋਜ਼ਿਟਿਵ ਪਾਏ ਗਏ ਜਦੋਂ ਸੂਬੇ ਵਿੱਚ ਹੋਣ ਵਾਲੀਆਂ ਚੋਣਾਂ ਸਿਰ ਤੇ ਹਨ।
ਇਨ੍ਹਾਂ ਚੋਣਾਂ ਵਿੱਚ ਮਹਿਜ਼ 2 ਹਫ਼ਤਿਆਂ ਦਾ ਸਮਾਂ ਹੀ ਰਹਿ ਗਿਆ ਹੈ ਤੇ ਅਜਿਹੇ ਵਿੱਚ ਲੀਡਰ ਕਰੋਨਾ ਪੋਜ਼ਿਟਿਵ ਨਿਕਲੇ। ਹੁਣ ਓਨਟਾਰੀਓ ਐਨਡੀਪੀ ਵੱਲੋਂ ਇੱਕ ਬਿਆਨ ਜਾਰੀ ਕੀਤਾ ਗਿਆ ਜਿਸ ਵਿੱਚ ਉਹਨਾਂ ਕਿਹਾ ਕਿ ਉਹਨਾਂ ਦੀ ਲੀਡਰ ਦੀ ਸਭ ਤੋਂ ਵੱਡੀ ਤਾਕਤ ਉਹਨਾਂ ਦੇ ਲੋਕਾਂ ਨਾਲ ਮਿਲਣਾ ਅਤੇ ਉਹਨਾਂ ਨਾਲ ਜੁੜਨਾ ਹੈ। ਉਹ ਲੋਕਾਂ ਨੂੰ ਸੁਣਦੇ ਨੇ, ਉਹਨਾਂ ਦਾ ਖਿਆਲ ਰੱਖਦੇ ਹਨ ਤੇ ਇਸ ਦਾ ਪ੍ਰਭਾਵ ਨਜ਼ਰ ਵੀ ਆਉਂਦਾ ਹੈ। ਅਸੀਂ ਨਿਰਾਸ਼ ਹਾਂ ਕਿ ਸਾਨੂੰ ਕੁਝ ਦਿਨ ਇਸ ਦਾ ਨੁਕਸਾਨ ਹੋਵੇਗਾ। ਪਾਰਟੀ ਨੇ ਦੱਸਿਆ ਕਿ ਉਹਨਾਂ ਨੇ ਕੋਵਿਡ-19 ਸੰਬੰਧੀ ਸੰਭਾਵੀ ਐਮਰਜੈਂਸੀ ਸਥਿਤੀਆਂ ਵਿੱਚ ਕਿਵੇਂ ਨਜਿੱਠਿਆ ਜਾਣਾ ਹੈ ਇਸ ਸੰਬੰਧੀ ਆਪਣੀ ਯੋਜਨਾ ਤਿਆਰ ਕੀਤੀ ਹੈ। ਹੁਣ ਚੋਣ ਪ੍ਰਚਾਰ ਦਾ ਸਿਲਸਿਲਾ ਵਰਚੁਅਲ ਤਰੀਕੇ ਨਾਲ ਕੀਤਾ ਜਾਵੇਗਾ, ਜਿੱਥੇ ਉਮੀਦਵਾਰਾਂ ਦੀ ਟੀਮ ਇਹ ਕੰਮ ਵਰਚੁਅਲ ਤਰੀਕੇ ਨਾਲ ਜਾਰੀ ਰੱਖੇਗੀ। ਇਸ ਤੋਂ ਇਲਾਵਾ ਲਿਬਰਲ ਪਾਰਟੀ ਵੱਲੋਂ ਵੀ ਇੱਕ ਬਿਆਨ ਜਾਰੀ ਕੀਤਾ ਗਿਆ ਜਿੱਥੇ ਉਹਨਾਂ ਦੱਸਿਆ ਕਿ ਇੱਥੇ ਲਿਬਰਲ ਪਾਰਟੀ ਦੇ ਲੀਡਰ ਕਰੋਨਾ ਨੈਗੇਟਿਵ ਹਨ। ਜ਼ਿਕਰਯੋਗ ਹੈ ਕਿ 2 ਹਫ਼ਤਿਆਂ ਤੱਕ ਓਨਟਾਰੀਓ ਵਿੱਚ ਚੋਣਾਂ ਹੋਣ ਜਾ ਰਹੀਆਂ ਨੇ ਜੋ ਤੈਅ ਕਰਨਗੀਆਂ ਕਿ ਇਸ ਵਾਰ ਕਿਸ ਦੀ ਸਰਕਾਰ ਓਨਟਾਰੀਓ ਸੂਬੇ ਵਿੱਚ ਬਣਦੀ ਹੈ। ਇਸ ਤੋਂ ਪਹਿਲਾਂ ਕਈ ਤਰ੍ਹਾਂ ਦੇ ਸਰਵੇ ਸਾਹਮਣੇ ਆ ਰਹੇ ਨੇ ਜਿਸ ਵਿੱਚ ਕਈ ਤਰ੍ਹਾਂ ਦਾ ਦਾਅਵਾ ਕੀਤਾ ਜਾ ਰਿਹਾ ਹੈ, ਪਰ ਇਹ ਤਾਂ ਚੋਣ ਨਤੀਜੇ ਹੀ ਤੈਅ ਕਰਨਗੇ ਕਿ ਆਖਿਰਕਾਰ ਕਿਸ ਦੀ ਜਿੱਤ ਹੁੰਦੀ ਹੈ। ਚਾਈਨਾ ਵੱਲੋਂ ਕੈਨੇਡਾ ਦੇ ਕਨੋਲਾ ਉੱਪਰ ਜੋ ਪਾਬੰਦੀ ਲਗਾਈ ਗਈ ਸੀ ਉਸ ਨੂੰ ਖਤਮ ਕਰ ਦਿੱਤਾ ਗਿਆ। ਇਹ ਪਾਬੰਦੀ 3 ਸਾਲ ਬਾਅਦ ਹਟਾਈ ਜਾ ਰਹੀ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਇਸ ਦੀ ਜਾਣਕਾਰੀ ਦਿੱਤੀ ਗਈ ਤੇ ਫੈਡਰਲ ਸਰਕਾਰ ਵੱਲੋਂ ਇਸ ਦਾ ਸਵਾਗਤ ਕੀਤਾ ਗਿਆ। ਚੀਨ ਵੱਲੋਂ ਜੋ ਕੈਨੇਡੀਅਨ ਕਨੋਲਾ ਤੇ ਪਾਬੰਦੀ ਲਗਾਈ ਗਈ ਉਸ ਨੂੰ ਹਟਾ ਦਿੱਤਾ ਗਿਆ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਖੁਦ ਇਸ ਦੀ ਜਾਣਕਾਰੀ ਸਾਂਝੀ ਕੀਤੀ ਗਈ ਜਿੱਥੇ ਉਹਨਾਂ ਦੱਸਿਆ ਕਿ ਚਾਈਨਾ ਵੱਲੋਂ ਕੈਨੇਡੀਅਨ ਕਨੋਲਾ ਉੱਪਰ ਜੋ ਪਾਬੰਦੀ ਲਗਾਈ ਗਈ ਉਸ ਨੂੰ ਖਤਮ ਕਰ ਦਿੱਤਾ ਗਿਆ। ਹੁਣ ਫੈਡਰਲ ਸਰਕਾਰ ਵੱਲੋਂ ਇਸ ਤੋਂ ਬਾਅਦ ਇੱਕ ਬਿਆਨ ਜਾਰੀ ਕੀਤਾ ਗਿਆ ਜਿਸ ਵਿੱਚ ਉਹਨਾਂ ਨੇ ਚੀਨ ਸਰਕਾਰ ਦੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ। ਸਾਂਝੇ ਬਿਆਨ ਵਿੱਚ ਮੰਤਰੀਆਂ ਨੇ ਕਿਹਾ ਕਿ ਕੈਨੇਡਾ ਹਮੇਸ਼ਾ ਹੀ ਅੰਤਰਰਾਸ਼ਟਰੀ ਨਿਯਮਾਂ ਤੇ ਆਧਾਰਿਤ ਵਪਾਰ ਅਤੇ ਵਿਵਾਦਾਂ ਦੇ ਨਿਪਟਾਰੇ ਦੀ ਪ੍ਰਣਾਲੀ ਨੂੰ ਬਰਕਰਾਰ ਰੱਖੇਗਾ। ਦੱਸੀਏ ਕਿ ਚਾਈਨਾ ਦੀ ਸਰਕਾਰ ਨੇ 2019 ਵਿੱਚ ਕੈਨੇਡਾ ਦੀਆਂ 2 ਕੰਪਨੀਆਂ ਉੱਪਰ ਰੋਕ ਲਗਾਈ ਸੀ। 2 ਕੰਪਨੀਆਂ ਰਿਡਸਟਨ ਇੰਟਰਨੈਸ਼ਨਲ ਲਿਮਟਿਡ ਅਤੇ ਵਿਟੇਰਾ ਲਿੰਕ ਦੀ ਕਨੋਲਾ ਵਿੱਚ ਚਾਈਨਾ ਵੱਲੋਂ ਕੀੜੇ ਪਾਏ ਜਾਣ ਦਾ ਇਲਜ਼ਾਮ ਲਗਾਇਆ ਗਿਆ ਤੇ ਉਹਨਾਂ ਨੇ ਇਹਨਾਂ ਕੰਪਨੀਆਂ ਦੇ ਲਾਇਸੈਂਸ ਸਸਪੈਂਡ ਕਰ ਦਿੱਤੇ। ਇਹ ਸਭ ਉਦੋਂ ਹੋਇਆ ਜਿਸ ਵੇਲੇ ਚਾਈਨਾ ਦੀ ਟੈਕ ਕੰਪਨੀ ਦੇ ਚੀਫ ਫਾਈਨੈਂਸ਼ੀਅਲ ਆਫਿਸਰ ਮੈਂਗ ਵੋਂਜੂ ਦੀ ਵੈਨਕੂਵਰ ਵਿੱਚ ਗ੍ਰਿਫਤਾਰੀ ਹੋਈ ਸੀ। ਇਸ ਦੇ ਕੁਝ ਮਹੀਨਿਆਂ ਬਾਅਦ ਹੀ ਚਾਈਨਾ ਸਰਕਾਰ ਨੇ ਇੱਕ ਕਦਮ ਚੁੱਕਿਆ ਜਿਸ ਵਿੱਚ ਉਹਨਾਂ ਨੇ ਕੈਨੋਲਾ ਉੱਪਰ ਰੋਕ ਲਗਾ ਦਿੱਤੀ ਸੀ। ਸਤੰਬਰ 2019 ਵਿੱਚ ਕੈਨੇਡਾ ਇਸ ਮੁੱਦੇ ਨੂੰ ਇੰਟਰਨੈਸ਼ਨਲ ਪੱਧਰ ਤੇ ਲੈ ਕੇ ਗਿਆ ਅਤੇ ਨਵੰਬਰ 2021 ਵਿੱਚ ਆਰਗੇਨਾਈਜੇਸ਼ਨ ਵੱਲੋਂ ਇਸ ਨੂੰ ਸੁਲਝਾਉਣ ਵਾਸਤੇ ਇੱਕ ਪੈਨਲ ਬਣਾਇਆ ਗਿਆ ਸੀ। ਕੈਨੋਲਾ ਕੌਂਸਲ ਆਫ ਕੈਨੇਡਾ ਵੱਲੋਂ ਜੋ ਜਾਣਕਾਰੀ ਦਿੱਤੀ ਗਈ ਉਸ ਵਿੱਚ ਦੱਸਿਆ ਗਿਆ ਕਿ ਰੋਕਾਂ ਤੋਂ ਬਾਅਦ ਚਾਈਨਾ ਨੂੰ ਕੈਨੋਲਾ ਬੀਜਾਂ ਦਾ ਨਿਰਯਾਤ 2018 ਦੇ $2.8 ਬਿਲੀਅਨ ਤੋਂ ਘਟ ਕੇ 2019 ਵਿੱਚ $800 ਮਿਲੀਅਨ ਹੀ ਰਹਿ ਗਿਆ। 2020 ਵਿੱਚ ਇਹ 1.4 ਬਿਲੀਅਨ ਸੀ ਅਤੇ 2021 ਵਿੱਚ ਇਸ ਦੀ ਗਿਣਤੀ 1.8 ਬਿਲੀਅਨ ਦੱਸੀ ਗਈ। ਸੰਗਠਨ ਮੁਤਾਬਕ ਜਦੋਂ ਵਿਵਾਦ ਚੱਲਿਆ ਤਾਂ ਉਹਨਾਂ ਨੂੰ ਵੱਡਾ ਘਾਟਾ ਸਹਿਣਾ ਪਿਆ ਕਿਉਂਕਿ ਇਸ ਦਾ ਅਸਲ ਸੇਲ ਉੱਪਰ ਵੀ ਪਿਆ। ਸੇਲ ਵਿੱਚ ਆਈ ਕਮੀ ਅਤੇ ਘੱਟ ਕੀਮਤਾਂ ਕਾਰਨ ਮਾਰਚ 2019 ਤੋਂ ਅਗਸਤ 2020 ਦਰਮਿਆਨ 1.54 ਬਿਲੀਅਨ ਤੋਂ $2.35 ਬਿਲੀਅਨ ਦਾ ਨੁਕਸਾਨ ਸਹਿਣਾ ਪਿਆ ਸੀ। ਪਰ ਹੁਣ ਜਿਵੇਂ ਕੈਨੇਡਾ ਵੱਲੋਂ ਇਸ ਰੋਕ ਨੂੰ ਹਟਾ ਲਿਆ ਗਿਆ ਤਾਂ ਫਿਰ ਫੈਡਰਲ ਸਰਕਾਰ ਵੱਲੋਂ ਵੀ ਇਸ ਦਾ ਸਵਾਗਤ ਕੀਤਾ ਗਿਆ ਹੈ। ਕੈਨੇਡਾ ਵਿੱਚ ਪੰਜਾਬੀਆਂ ਦਾ ਕਾਰਾ ਜਿੱਥੇ ਕਈ ਪੰਜਾਬੀ ਗ੍ਰਿਫਤਾਰ ਕੀਤੇ ਗਏ। ਪੁਲਿਸ ਵੱਲੋਂ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਗਿਆ ਕਿ ਗਲਤ ਤਰੀਕੇ ਨਾਲ ਡਰਾਈਵਿੰਗ ਕਰਨ, ਲਾਇਸੈਂਸ ਹਾਸਲ ਕਰਨ ਦੇ ਸੰਬੰਧ ਵਿੱਚ 6 ਜਾਣੇ ਗ੍ਰਿਫਤਾਰ ਕੀਤੇ ਗਏ। 6 ਵਿੱਚ ਕਈ ਪੰਜਾਬੀਆਂ ਦੇ ਨਾਮ ਵੀ ਸਾਹਮਣੇ ਆਏ ਤੇ ਇੱਕ ਪੰਜਾਬਣ ਦਾ ਨਾਮ ਵੀ ਸ਼ਾਮਿਲ ਹੈ। ਗਲਤ ਤਰੀਕੇ ਡਰਾਈਵਿੰਗ ਕਰਨ ਦੇ ਸੰਬੰਧ ਵਿੱਚ ਪੁਲਿਸ ਨੇ ਕਾਰਵਾਈ ਕਰਦਿਆਂ 6 ਜਾਣਿਆਂ ਨੂੰ ਹਿਰਾਸਤ ਵਿੱਚ ਲਿਆ। ਇਹਨਾਂ ਵਿੱਚ ਪੰਜਾਬੀਆਂ ਦੇ ਨਾਮ ਵੀ ਸਾਹਮਣੇ ਆਏ ਜਿਨ੍ਹਾਂ ਦੀ ਪਹਿਚਾਣ ਪੁਲਿਸ ਵੱਲੋਂ ਜਨਤਕ ਕੀਤੀ ਗਈ। ਇਹ ਮਾਮਲਾ ਕੈਨੇਡਾ ਦੇ ਸੂਬੇ ਓਨਟਾਰੀਓ ਨਾਲ ਸੰਬੰਧਿਤ ਦੱਸਿਆ ਗਿਆ। ਓਨਟਾਰੀਓ ਪੁਲਿਸ ਵੱਲੋਂ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਜਿੱਥੇ ਉਹਨਾਂ ਦੱਸਿਆ ਕਿ ਗਲਤ ਢੰਗ ਨਾਲ ਟਰੱਕ ਚਲਾਉਣ ਦੇ ਸੰਬੰਧ ਵਿੱਚ ਅਤੇ ਗਲਤ ਤਰੀਕੇ ਨਾਲ ਟਰੱਕ ਦਾ ਲਾਇਸੈਂਸ ਹਾਸਲ ਕਰਨ ਦੇ ਸੰਬੰਧ ਵਿੱਚ ਕਈ ਜਾਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ। ਗ੍ਰਿਫਤਾਰ ਕੀਤੇ ਜਾਣ ਵਾਲਿਆਂ ਦੀ ਗਿਣਤੀ 6 ਦੱਸੀ ਗਈ ਹੈ। ਮਾਰਚ 2019 ਵਿੱਚ ਓਨਟਾਰੀਓ ਪੁਲਿਸ ਨੇ ਕਿਬੇਕ ਨਾਲ ਸੰਬੰਧਿਤ ਅਥਾਰਟੀ ਵੱਲੋਂ ਇਸ ਸੰਬੰਧੀ ਜਾਂਚ ਕਰਨ ਵਾਸਤੇ ਕਿਹਾ ਗਿਆ ਸੀ। ਇਸ ਜਾਂਚ ਦੌਰਾਨ 200 ਦੇ ਕਰੀਬ ਵੱਖ-ਵੱਖ ਜਾਣਿਆਂ ਨੂੰ ਸ਼ੱਕੀ ਪਾਇਆ ਗਿਆ ਜਿਸ ਵਿੱਚ ਸਟੂਡੈਂਟ ਡਰਾਈਵਰ ਨੂੰ ਗਲਤ ਤਰੀਕੇ ਨਾਲ ਲਾਇਸੈਂਸ ਦਿਵਾਇਆ ਗਿਆ ਸੀ। ਹੁਣ ਇਸ ਮਾਮਲੇ ਵਿੱਚ ਪੁਲਿਸ ਨੇ ਕਾਰਵਾਈ ਕੀਤੀ ਹੈ। ਉਹਨਾਂ ਨੇ ਕੁਝ ਜਾਣਿਆਂ ਨੂੰ ਗ੍ਰਿਫਤਾਰ ਕਰ ਉਹਨਾਂ ਉੱਪਰ ਚਾਰਜਸ ਲਗਾਏ ਗਏ ਜਿਨ੍ਹਾਂ ਦੀ ਪਹਿਚਾਣ ਵੀ ਪੁਲਿਸ ਨੇ ਜਨਤਕ ਕੀਤੀ ਹੈ। ਇਹਨਾਂ ਦੇ ਨਾਮ ਕੁਝ ਇਸ ਤਰ੍ਹਾਂ ਨੇ: ਗੁਰਵਿੰਦਰ ਸਿੰਘ ਜਿਸ ਦੀ ਉਮਰ 55 ਸਾਲ,
ਗੁਰਪ੍ਰੀਤ ਸਿੰਘ ਜਿਸ ਦੀ ਉਮਰ 33 ਸਾਲ, ਮੁਹੰਮਦ ਖੋਖਰ ਜਿਸ ਦੀ ਉਮਰ 66 ਸਾਲ, ਹਨੀਫਾ ਖੋਖਰ ਜਿਸ ਦੀ ਉਮਰ 68 ਸਾਲ, ਜਗਜੀਤ ਦਿਓਲ ਜਿਸ ਦੀ ਉਮਰ 50 ਸਾਲ, ਚਰਨਜੀਤ ਕੌਰ ਦਿਓਲ ਜਿਸ ਦੀ ਉਮਰ 50 ਸਾਲ ਦੱਸੀ ਗਈ ਹੈ। ਇਹ ਸਾਰੇ ਸ਼ਾਮਿਲ ਹਨ। ਹੁਣ ਜਲਦ ਇਹਨਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਤੇ ਪੁਲਿਸ ਇਸ ਮਾਮਲੇ ਦੀ ਵਧੇਰੇ ਜਾਂਚ ਕਰ ਰਹੀ ਹੈ। ਕੋਰੋਨਾ ਵਾਇਰਸ ਤੋਂ ਬਾਅਦ ਹੁਣ ਮੌਂਕੀ ਪੌਕਸ ਦਾ ਫੈਲਾਅ ਹੋ ਰਿਹਾ ਹੈ। ਕਈ ਦੇਸ਼ਾਂ ਵਿੱਚ ਇਸ ਨਾਲ ਸੰਬੰਧਿਤ ਮਾਮਲੇ ਸਾਹਮਣੇ ਆ ਚੁੱਕੇ ਨੇ ਤੇ ਇਹ ਸ਼ੱਕ ਹੈ ਕਿ ਮੌਂਟਰੀਅਲ ਵਿੱਚ ਇਸ ਨਾਲ ਜੁੜੇ ਹੋਏ ਮਾਮਲੇ ਹੋ ਸਕਦੇ ਨੇ। 17 ਸ਼ੱਕੀ ਮਾਮਲਿਆਂ ਦੀ ਮੌਂਟਰੀਅਲ ਵਿੱਚ ਜਾਂਚ ਕੀਤੀ ਜਾ ਰਹੀ ਹੈ, ਜਿਸ ਬਾਰੇ ਹੁਣ ਜਾਣਕਾਰੀ ਸਾਹਮਣੇ ਆ ਰਹੀ ਹੈ। ਕੋਰੋਨਾ ਵਾਇਰਸ ਤੋਂ ਬਾਅਦ ਹੁਣ ਮੌਂਕੀ ਪੌਕਸ ਵਾਇਰਸ ਦਾ ਫੈਲਾਅ ਹੋ ਰਿਹਾ ਹੈ। ਕਈ ਦੇਸ਼ਾਂ ਵਿੱਚ ਇਸ ਨਾਲ ਜੁੜੇ ਹੋਏ ਮਾਮਲੇ ਦਰਜ ਕੀਤੇ ਜਾ ਚੁੱਕੇ ਨੇ। ਕੈਨੇਡਾ ਵਿੱਚ ਵੀ ਇਸ ਤਰ੍ਹਾਂ ਦੇ ਮਾਮਲੇ ਹੋ ਸਕਦੇ ਨੇ। ਤਾਜ਼ਾ ਜਾਣਕਾਰੀ ਮੌਂਟਰੀਅਲ ਤੋਂ ਸਾਹਮਣੇ ਆਈ, ਜਿੱਥੇ ਕਿਹਾ ਜਾ ਰਿਹਾ ਹੈ ਕਿ 17 ਇੱਥੇ ਸਸਪੈਕਟਡ ਮੌਂਕੀ ਪੌਕਸ ਦੇ ਕੇਸਿਸ ਹਨ। ਆਫੀਸ਼ੀਅਲਸ ਵੱਲੋਂ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ, ਪਰ ਉਹਨਾਂ ਨੇ ਇਹ ਸਪਸ਼ਟ ਕਰ ਦਿੱਤਾ ਕਿ ਇਹ ਜ਼ਿਆਦਾ ਤੇਜ਼ੀ ਨਾਲ ਫੈਲਣ ਵਾਲਾ ਵਾਇਰਸ ਨਹੀਂ ਹੈ। ਇਸ ਸਭ ਤੋਂ ਬਾਅਦ ਮੌਂਟਰੀਅਲ ਪਬਲਿਕ ਹੈਲਥ ਵੱਲੋਂ ਆਮ ਲੋਕਾਂ ਨੂੰ ਕਿਹਾ ਗਿਆ ਕਿ ਉਹ ਇਸ ਸੰਬੰਧੀ ਖਿਆਲ ਰੱਖਣ ਤੇ ਹੈਲਥ ਵਰਕਰਸ ਨੂੰ ਵੀ ਅਲਰਟ ਰਹਿਣ ਵਾਸਤੇ ਕਿਹਾ ਗਿਆ, ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਇੱਥੇ 17 ਸਸਪੈਕਟਡ ਕੇਸਿਸ ਹੋ ਸਕਦੇ ਨੇ। ਪਬਲਿਕ ਹੈਲਥ ਚੀਫ ਵੱਲੋਂ ਇਸ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਗਏ। ਉਹਨਾਂ ਕਿਹਾ ਕਿ ਇਹ ਵਾਇਰਸ ਤੇਜ਼ੀ ਨਾਲ ਫੈਲਣ ਵਾਲਾ ਨਹੀਂ ਹੈ। ਜਾਣਕਾਰੀ ਲਈ ਦੱਸ ਦਈਏ ਕਿ ਮੌਂਕੀ ਪੌਕਸ ਵਾਇਰਸ ਦੇ ਜਿਹੜੇ ਸਿੰਪਟਮ ਨੇ ਉਸ ਵਿੱਚ ਬੁਖਾਰ, ਸਿਰ ਦਰਦ ਅਤੇ ਥਕਾਨ ਸ਼ਾਮਿਲ ਹੈ। ਕੁਝ ਦਿਨਾਂ ਬਾਅਦ ਜੋ ਇਸ ਦਾ ਮਰੀਜ਼ ਹੁੰਦਾ ਹੈ ਉਸ ਨੂੰ ਰੈਸ਼ ਹੋਣ ਲੱਗ ਜਾਂਦੇ ਨੇ ਤੇ ਇਹ ਕੁਝ ਹਫ਼ਤਿਆਂ ਵਿੱਚ ਹੀ ਚਲਾ ਜਾਂਦਾ ਹੈ। ਇਸ ਬਾਰੇ ਸਾਰੀ ਡਿਟੇਲ ਅਸੀਂ ਪਹਿਲਾਂ ਵੀ ਤੁਹਾਡੇ ਨਾਲ ਇੱਕ ਖਬਰ ਵਿੱਚ ਸਾਂਝੀ ਕਰ ਚੁੱਕੇ ਹਾਂ, ਜਿਸ ਵਿੱਚ ਇਸ ਵਾਇਰਸ ਬਾਰੇ ਸਾਰੀ ਜਾਣਕਾਰੀ ਦਿੱਤੀ ਗਈ ਹੈ। ਪਰ ਮੌਂਟਰੀਅਲ ਤੋਂ ਹੁਣ ਇਸ ਬਾਰੇ ਹੋਰ ਕੀ ਡਿਟੇਲ ਸਾਹਮਣੇ ਆਈ, ਆਓ ਤੁਹਾਨੂੰ ਸੁਣਾਉਂਦੇ ਹਾਂ। Expected outbreak of cases of monkeypox. This monkeypox outbreak. At the time we're speaking, we have 17 cases that have suspected cases that have been declared to public health. 15 in Montreal, 1 on the South Shore, and 1 on the North Shore. Mainly, those cases are men that have had a sexual relationship with other men, aged between 30 to 55 years old, and the clinical presentation is mainly ulceration of oral and genital parts that are painful and with a phase before the eruption with fever, sweating and headaches. Most of our cases are not severe cases, so this is important to know at the time we're speaking. To understand how we suspected that it was a monkeypox virus, the first cases were declared the 12th of May. At first we thought it was more of a bacterian form, chancremou as we call in French, but last Tuesday we had suspected cases in the USA that had traveled to Montreal, and this is when we started to think that and knowing what was going on in UK after Spain and Portugal, we changed a little bit the course of our investigation. At the time we're speaking, we do not have any confirmation for laboratories, so we have to wait and hoping we are going to have the confirmation for the weekend. So this virus mainly is transmitted by close contact and gouttelettes. ਨੋਵਾ ਸਕੋਸ਼ੀਆ ਵਿੱਚ ਸਕੂਲਾਂ ਦੇ ਸੰਬੰਧੀ ਵੱਡਾ ਫੈਸਲਾ ਆਇਆ, ਜਿੱਥੇ ਸਕੂਲਾਂ ਵਿੱਚ ਹੁਣ ਮਾਸਕ ਪਾਉਣਾ ਲਾਜ਼ਮੀ ਨਹੀਂ ਹੋਵੇਗਾ। ਇੱਕ ਨਿਊਜ਼ ਰਿਲੀਜ਼ ਦੇ ਵਿੱਚ ਜਾਣਕਾਰੀ ਸਾਂਝੀ ਕੀਤੀ ਗਈ, ਜਿੱਥੇ ਦੱਸਿਆ ਗਿਆ ਕਿ ਆਪਣੇ ਤੌਰ ਦੇ ਉੱਪਰ ਵਿਦਿਆਰਥੀ ਸਟਾਫ ਮਾਸਕ ਪਾ ਸਕਦੇ ਨੇ, ਪਰ ਹੁਣ ਲਾਜ਼ਮੀ ਮਾਸਕ ਦੀ ਨੀਤੀ ਇੱਥੇ ਲਾਗੂ ਨਹੀਂ ਰਹੇਗੀ। ਨੋਵਾ ਸਕੋਸ਼ੀਆ ਵੱਲੋਂ ਸਕੂਲਾਂ ਦੇ ਸੰਬੰਧ ਵਿੱਚ ਇੱਕ ਵੱਡਾ ਐਲਾਨ ਕੀਤਾ ਗਿਆ। ਨੋਵਾ ਸਕੋਸ਼ੀਆ ਨੇ ਐਲਾਨ ਕਰ ਦਿੱਤਾ ਹੈ ਕਿ ਅਗਲੇ ਹਫ਼ਤੇ ਤੋਂ ਪਬਲਿਕ ਸਕੂਲਸ ਵਿੱਚ ਮਾਸਕ ਪਾਉਣ ਦੀ ਜ਼ਰੂਰਤ ਨਹੀਂ ਹੋਵੇਗੀ। ਇਸ ਬਾਰੇ ਇੱਕ ਪ੍ਰੈਸ ਰਿਲੀਜ਼ ਸਾਂਝੀ ਕੀਤੀ ਗਈ ਹੈ, ਜਿੱਥੇ ਸੂਬੇ ਦਾ ਕਹਿਣਾ ਹੈ ਕਿ ਹੁਣ ਸਕੂਲ ਅੰਦਰ ਮਾਸਕ ਪਾਉਣਾ ਲਾਜ਼ਮੀ ਨਹੀਂ ਰਹੇਗਾ, ਪਰ ਜੇਕਰ ਕੋਈ ਆਪਣੀ ਮਰਜ਼ੀ ਨਾਲ ਮਾਸਕ ਪਾਉਣਾ ਚਾਹੁੰਦਾ ਹੈ ਤਾਂ ਉਹ ਅਜਿਹਾ ਕਰਨਾ ਜਾਰੀ ਰੱਖ ਸਕਦਾ ਹੈ। ਹੁਣ ਸਕੂਲਾਂ, ਹਸਪਤਾਲ ਅਤੇ ਲੌਂਗ ਟਰਮ ਕੇਅਰ ਵਿੱਚ ਪ੍ਰੋਵਿੰਸ ਵੱਲੋਂ ਜੋ ਮਾਸਕ ਸੰਬੰਧੀ ਸ਼ਰਤ ਰੱਖੀ ਗਈ ਸੀ ਉਸ ਨੂੰ ਖਤਮ ਕੀਤਾ ਜਾ ਰਿਹਾ ਹੈ। ਜਾਣਕਾਰੀ ਮੁਤਾਬਕ 24 ਮਈ ਤੋਂ ਸਕੂਲ ਦੇ ਵਿਦਿਆਰਥੀ, ਸਟਾਫ ਤੇ ਵਿਜ਼ਿਟਰ ਵਾਸਤੇ ਮਾਸਕ ਪਾਉਣ ਦੀ ਸ਼ਰਤ ਹੁਣ ਜਾਰੀ ਨਹੀਂ ਰਹਿਣ ਵਾਲੀ।
ਇਸ ਬਾਰੇ ਸਕੂਲ ਵੱਲੋਂ ਵੀ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਗਿਆ ਕਿ ਪੈਂਡੈਮਿਕ ਦੌਰਾਨ ਉਹਨਾਂ ਵੱਲੋਂ ਸਾਰੀਆਂ ਪਬਲਿਕ ਹੈਲਥ ਗਾਈਡਲਾਈਨਸ ਦੀ ਪਾਲਣਾ ਕੀਤੀ ਗਈ ਹੈ। ਉਹਨਾਂ ਵੱਲੋਂ ਸਾਰੇ ਉਹ ਕਦਮ ਚੁੱਕੇ ਗਏ ਤਾਂ ਕਿ ਵਿਦਿਆਰਥੀ ਅਤੇ ਸਟਾਫ ਨੂੰ ਕੋਰੋਨਾ ਵਾਇਰਸ ਤੋਂ ਸੁਰੱਖਿਅਤ ਰੱਖਿਆ ਜਾ ਸਕੇ। ਉਹਨਾਂ ਦਾ ਕਹਿਣਾ ਹੈ ਕਿ ਅਸੀਂ ਅਜੇ ਵੀ ਚਾਹੁੰਦੇ ਹਾਂ ਕਿ ਵਿਦਿਆਰਥੀ ਮਾਸਕ ਪਾਉਣਾ ਜਾਰੀ ਰੱਖਣ ਕਿਉਂਕਿ ਇਸ ਨਾਲ ਉਹਨਾਂ ਨੂੰ ਕੋਰੋਨਾ ਵਾਇਰਸ ਤੋਂ ਸੁਰੱਖਿਆ ਮਿਲੇਗੀ ਤੇ ਅਜੇ ਵੀ ਵਿਦਿਆਰਥੀ ਹੈਂਡ ਸੈਨੀਟਾਈਜ਼ਰ ਦੀ ਵਰਤੋਂ ਕਰਨ। ਜ਼ਿਕਰਯੋਗ ਹੈ ਕਿ ਮਾਰਚ 2020 ਤੋਂ ਹੀ ਕੈਨੇਡਾ ਵੱਲੋਂ ਕੋਰੋਨਾ ਵਾਇਰਸ ਦੇ ਮਾਮਲਿਆਂ ਨੂੰ ਧਿਆਨ ਵਿੱਚ ਰੱਖਦਿਆਂ ਸਖਤੀ ਕੀਤੀ ਗਈ, ਪਰ ਬਾਅਦ ਵਿੱਚ ਹੌਲੀ-ਹੌਲੀ ਪਾਬੰਦੀਆਂ ਵਿੱਚ ਰਾਹਤ ਸਰਕਾਰ ਵੱਲੋਂ ਦਿੱਤੀ ਗਈ। ਜਦੋਂ ਇੱਕ ਵਾਰ ਫਿਰ ਤੋਂ ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਸਾਹਮਣੇ ਆਏ ਤਾਂ ਸਰਕਾਰ ਵੱਲੋਂ ਸਖਤੀ ਦਾ ਐਲਾਨ ਕਰ ਦਿੱਤਾ ਗਿਆ। ਸੂਬਿਆਂ ਵੱਲੋਂ ਵੀ ਮੁੜ ਤੋਂ ਪਾਬੰਦੀਆਂ ਲਗਾ ਦਿੱਤੀਆਂ ਗਈਆਂ, ਪਰ ਲਗਭਗ ਹੁਣ ਕੈਨੇਡਾ ਦੇ ਸਾਰੇ ਸੂਬੇ ਹੀ ਪਾਬੰਦੀਆਂ ਖਤਮ ਕਰ ਚੁੱਕੇ ਨੇ। ਫੈਡਰਲ ਸਰਕਾਰ ਵੱਲੋਂ ਵੀ ਵੱਡੇ ਪੱਧਰ ਉੱਪਰ ਪਾਬੰਦੀਆਂ ਵਿੱਚ ਰਾਹਤ ਦੇ ਦਿੱਤੀ ਗਈ ਹੈ। ਇਸ ਪਿੱਛੇ ਸੂਬੇ ਅਤੇ ਫੈਡਰਲ ਸਰਕਾਰ ਕਹਿੰਦੇ ਨੇ ਕਿ ਹੁਣ ਵੈਕਸੀਨੇਸ਼ਨ ਰੇਟ ਕਾਫੀ ਜ਼ਿਆਦਾ ਹੈ ਤੇ ਕੋਰੋਨਾ ਵਾਇਰਸ ਦਾ ਅਸਰ ਵੀ ਪਹਿਲਾਂ ਦੇ ਮੁਕਾਬਲੇ ਘੱਟ ਹੋਇਆ, ਜਿਸ ਨੂੰ ਧਿਆਨ ਵਿੱਚ ਰੱਖਦਿਆਂ ਹੀ ਉਹਨਾਂ ਨੇ ਰਾਹਤ ਬਾਰੇ ਐਲਾਨ ਕੀਤਾ। ਤਾਜ਼ਾ ਜਾਣਕਾਰੀ ਨੋਵਾ ਸਕੋਸ਼ੀਆ ਤੋਂ ਸਾਹਮਣੇ ਆਈ, ਜਿੱਥੇ ਵਿਦਿਆਰਥੀਆਂ ਨੂੰ ਲਾਜ਼ਮੀ ਮਾਸਕ ਤੋਂ ਰਾਹਤ ਦਿੱਤੀ ਗਈ ਹੈ। ਸਕੂਲਾਂ ਵਿੱਚ ਮਾਸਕ ਪਾਉਣਾ ਹੁਣ ਜ਼ਰੂਰੀ ਨਹੀਂ ਹੋਵੇਗਾ। ਜੇਸਨ ਕੈਨੀ ਵੱਲੋਂ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਗਿਆ। ਉਹ UCP ਦੇ ਲੀਡਰ ਹੁਣ ਨਹੀਂ ਰਹਿਣਗੇ। ਜਦੋਂ ਤੱਕ ਇੰਟਰਿਮ ਲੀਡਰ ਦੀ ਚੋਣ ਨਹੀਂ ਹੋ ਜਾਂਦੀ ਉਦੋਂ ਤੱਕ ਅਹੁਦੇ ਤੇ ਉਹ ਬਰਕਰਾਰ ਰਹਿਣਗੇ। ਇਸ ਬਾਰੇ ਸਪੋਰਟ ਮਿਲਣ ਤੋਂ ਬਾਅਦ ਜੇਸਨ ਕੈਨੀ ਵੱਲੋਂ ਫੈਸਲਾ ਕੀਤਾ ਗਿਆ। ਉਹਨਾਂ ਨੂੰ ਸਪੋਰਟ ਤਾਂ ਮਿਲੀ ਸੀ, ਪਰ ਫਿਰ ਵੀ ਪ੍ਰੀਮੀਅਰ ਕਹਿੰਦੇ ਜਿੰਨਾ ਸਮਰਥਨ ਉਹਨਾਂ ਨੂੰ ਚਾਹੀਦਾ ਸੀ ਉਹ ਨਹੀਂ ਮਿਲ ਸਕਿਆ, ਜਿਸ ਤੋਂ ਬਾਅਦ ਉਹ ਆਪਣਾ ਅਹੁਦਾ ਛੱਡ ਰਹੇ ਨੇ। ਐਲਬਰਟਾ ਦੇ ਪ੍ਰੀਮੀਅਰ ਜੇਸਨ ਕੈਨੀ ਬਾਰੇ ਵੱਡੀ ਖਬਰ ਸਾਹਮਣੇ ਆਈ ਹੈ। ਐਲਬਰਟਾ ਦੇ ਪ੍ਰੀਮੀਅਰ ਜੇਸਨ ਕੈਨੀ ਵੱਲੋਂ UCP ਲੀਡਰਸ਼ਿਪ ਤੋਂ ਅਸਤੀਫੇ ਦਾ ਐਲਾਨ ਕਰ ਦਿੱਤਾ ਗਿਆ। ਇਸ ਲੀਡਰਸ਼ਿਪ ਰਿਵਿਊ ਦੌਰਾਨ ਕੈਨੀ ਨੂੰ 51.4% ਦਾ ਸਪੋਰਟ ਮਿਲਿਆ। ਜੀ ਹਾਂ, ਐਲਬਰਟਾ ਦੇ ਪ੍ਰੀਮੀਅਰ ਜੇਸਨ ਕੈਨੀ ਨੇ ਯੂਨਾਈਟਿਡ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਦੇ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ ਹੈ। ਲੀਡਰਸ਼ਿਪ ਰਿਵਿਊ ਦੌਰਾਨ ਕੈਨੀ ਨੂੰ ਆਪਣੀ ਲੀਡਰਸ਼ਿਪ ਵਾਸਤੇ ਪਾਰਟੀ ਮੈਂਬਰਾਂ ਵੱਲੋਂ 51.4% ਦੀ ਸਪੋਰਟ ਦਿੱਤੀ ਗਈ। ਰਿਵਿਊ ਵਿੱਚ ਇਸ ਮਾਮੂਲੀ ਜਿੱਤ ਦੇ ਬਾਵਜੂਦ ਕੈਨੀ ਨੇ ਲੀਡਰਸ਼ਿਪ ਛੱਡਣ ਦਾ ਫੈਸਲਾ ਕਰ ਲਿਆ। ਦੱਸਦੀਏ ਕਿ ਲੀਡਰਸ਼ਿਪ ਰਿਵਿਊ ਦੇ ਨਤੀਜੇ ਆਉਣ ਤੋਂ ਬਾਅਦ ਸਪੋਰਟਰਾਂ ਦੀ ਭੀੜ ਨੂੰ ਸੰਬੋਧਨ ਕਰਦਿਆਂ ਕੈਨੀ ਵੱਲੋਂ ਆਪਣੇ ਵਿਚਾਰ ਸਾਂਝੇ ਕੀਤੇ ਗਏ। ਉਹਨਾਂ ਕਿਹਾ ਕਿ ਇਹ ਨਤੀਜੇ ਉਹ ਨਹੀਂ ਹਨ ਜਿਨ੍ਹਾਂ ਦੀ ਮੈਂ ਉਮੀਦ ਕੀਤੀ ਸੀ, ਜਾਂ ਸੱਚੀ ਦੱਸਾਂ ਕਿ ਜਿਨ੍ਹਾਂ ਦਾ ਮੈਨੂੰ ਅੰਦਾਜ਼ਾ ਸੀ। ਉਹ ਕਹਿੰਦੇ ਨੇ ਭਾਵੇਂ 51% ਵੋਟ ਬਹੁਮਤ ਪੇਸ਼ ਕਰਦੀ ਹੈ, ਪਰ ਸਪਸ਼ਟ ਤੌਰ ਤੇ ਇੱਕ ਲੀਡਰ ਵਜੋਂ ਆਪਣੀ ਪਾਰੀ ਜਾਰੀ ਰੱਖਣ ਲਈ ਇਹ ਸਪੋਰਟ ਕਾਫੀ ਨਹੀਂ ਹੈ। ਪਾਰਟੀ ਮੈਂਬਰਸ ਨੂੰ ਹਾਂ ਜਾਂ ਫਿਰ ਨਾ ਦਾ ਜਵਾਬ ਦੇਣ ਵਾਸਤੇ ਕਿਹਾ ਗਿਆ ਸੀ ਕਿ ਉਹ ਆਪਣੇ ਮੌਜੂਦਾ ਲੀਡਰ ਨੂੰ ਮਨਜ਼ੂਰ ਕਰਦੇ ਹਨ ਜਾਂ ਫਿਰ ਨਹੀਂ। ਜਾਣਕਾਰੀ ਲਈ ਦੱਸ ਦਈਏ ਕਿ 34,298 ਮੈਂਬਰਸ ਵਿੱਚੋਂ 17,638 ਨੇ ਹਾਂ ਅਤੇ 16,660 ਵੱਲੋਂ ਨਾ ਦੇ ਵਿੱਚ ਜਵਾਬ ਦਿੱਤਾ ਗਿਆ। ਹੁਣ ਇੰਟਰਿਮ ਲੀਡਰ ਚੁਣੇ ਜਾਣ ਤੱਕ ਜੇਸਨ ਕੈਨੀ ਪਾਰਟੀ ਦੇ ਲੀਡਰ ਰਹਿਣਗੇ। ਫਿਲਹਾਲ ਇਹ ਸਪਸ਼ਟ ਨਹੀਂ ਹੈ ਕਿ ਉਹਨਾਂ ਦੀ ਕੈਲਗਰੀ ਲੌਫੀਲਡ ਤੋਂ MLA ਬਣਨ ਦੀ ਇੱਛਾ ਹੈ ਜਾਂ ਫਿਰ ਨਹੀਂ। ਜ਼ਿਕਰਯੋਗ ਹੈ ਕਿ ਲੰਬੇ ਸਮੇਂ ਤੋਂ ਹੀ ਇਸ ਸਭ ਨੂੰ ਲੈ ਕੇ ਉਥਲ-ਪੁਥਲ ਮਚੀ ਹੋਈ ਸੀ। 2017 ਵਿੱਚ ਵਾਈਲਡਰੋਜ਼ ਪਾਰਟੀ ਦੇ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਵਿੱਚ ਸ਼ਾਮਲ ਹੋਣ ਨਾਲ UCP ਪਾਰਟੀ ਹੋਂਦ ਵਿੱਚ ਆਈ। UCP ਅੰਦਰ ਕਈ ਮਹੀਨਿਆਂ ਤੋਂ ਉਥਲ-ਪੁਥਲ ਚੱਲ ਰਹੀ ਸੀ। ਪਿਛਲੇ 18 ਮਹੀਨਿਆਂ ਤੋਂ ਪੋਲ ਸਰਵੇਖਣਾਂ ਵਿੱਚ ਕੈਨੀ ਨੂੰ ਕਾਫੀ ਘੱਟ ਸਪੋਰਟ ਹਾਸਲ ਹੋ ਰਹੀ ਸੀ, ਜਿਸ ਤੋਂ ਬਾਅਦ ਅਗਲੀ ਸਰਕਾਰ ਵਾਸਤੇ NDP ਪਾਰਟੀ ਦਾ ਨਾਮ ਅੱਗੇ ਆ ਰਿਹਾ ਸੀ। ਕੈਨੀ ਦਾ ਮੰਨਣਾ ਸੀ ਕਿ ਐਲਬਰਟਾ ਵਾਸੀਆਂ ਵੱਲੋਂ ਉਹਨਾਂ ਦੇ ਥੋੜੇ ਸਪੋਰਟ ਪਿੱਛੇ ਕਾਰਨ ਹੈ ਜੋ ਕੋਵਿਡ ਸੰਬੰਧੀ ਰੋਕਾਂ ਅਤੇ ਉਹਨਾਂ ਵੱਲੋਂ ਵੈਕਸੀਨ ਪਾਸਪੋਰਟ ਸਿਸਟਮ ਲਾਗੂ ਕੀਤਾ ਗਿਆ ਸੀ। ਇਸ ਖਬਰ ਵਿੱਚ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਕੈਨੇਡਾ ਦੇ ਕਿਹੜੇ ਹਿੱਸੇ ਤੋਂ ਕਿੰਨੇ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ। ਇਸ ਸਮੇਂ ਕੈਨੇਡਾ ਵਿੱਚ ਕੋਰੋਨਾ ਵਾਇਰਸ ਦੇ ਕੀ ਹਾਲਾਤ ਬਣੇ ਹੋਏ ਨੇ, ਕੀ ਸਥਿਤੀ ਹੈ, ਤੁਹਾਨੂੰ ਦੱਸਾਂਗੇ ਸਾਰੀ ਜਾਣਕਾਰੀ ਇਸ ਖਬਰ ਵਿੱਚ। ਓਨਟਾਰੀਓ ਦੇ ਹਸਪਤਾਲ ਵਿੱਚ 1000 ਤੋਂ ਵੱਧ ਮਰੀਜ਼ਾਂ ਦੀ ਗਿਣਤੀ ਹੈ ਜਿਨ੍ਹਾਂ ਦਾ ਕੋਰੋਨਾ ਵਾਇਰਸ ਕਾਰਨ ਇਲਾਜ ਚੱਲ ਰਿਹਾ ਹੈ। ਇੱਥੇ ਹਸਪਤਾਲ ਵਿੱਚ 1207 ਮਰੀਜ਼ ਦੱਸੇ ਗਏ ਨੇ ਤੇ ਇੰਟੈਂਸਿਵ ਕੇਅਰ ਅਧੀਨ 168 ਬਾਰੇ ਜਾਣਕਾਰੀ ਸਾਹਮਣੇ ਆਈ ਹੈ। ਕੁਝ ਦਿਨਾਂ ਤੋਂ ਓਨਟਾਰੀਓ ਵਿੱਚ ਰੋਜ਼ਾਨਾ 1000 ਤੋਂ ਜ਼ਿਆਦਾ ਮਾਮਲੇ ਸਾਹਮਣੇ ਆ ਰਹੇ ਨੇ। ਬੀਤੇ 24 ਘੰਟੇ ਦੌਰਾਨ 1565 ਕੋਰੋਨਾ ਵਾਇਰਸ ਦੇ ਮਾਮਲੇ ਦਰਜ ਕੀਤੇ ਗਏ। ਪ੍ਰੋਵਿੰਸ ਵਿੱਚ ਹੁਣ ਤੱਕ ਕੁੱਲ 12,91,814 ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆ ਚੁੱਕੇ ਨੇ। ਸੂਬੇ ਵਿੱਚ 23 ਮੌਤਾਂ ਕੋਰੋਨਾ ਵਾਇਰਸ ਕਾਰਨ ਬੀਤੇ 24 ਘੰਟਿਆਂ ਦੌਰਾਨ ਹੋਈਆਂ, ਜਿਸ ਤੋਂ ਬਾਅਦ ਹੁਣ ਤੱਕ ਦਾ ਮੌਤਾਂ ਦਾ ਅੰਕੜਾ 13,122 ਉੱਪਰ ਪਹੁੰਚ ਗਿਆ। ਰਿਕਵਰਡ ਕੇਸਿਸ ਦੀ ਗਿਣਤੀ 12,61,782 ਹੈ ਤੇ 24 ਘੰਟਿਆਂ ਦੌਰਾਨ 2,204 ਮਰੀਜ਼ ਕੋਰੋਨਾ ਵਾਇਰਸ ਤੋਂ ਠੀਕ ਹੋਏ ਨੇ। ਵੈਕਸੀਨੇਸ਼ਨ ਦੀ ਜਾਣਕਾਰੀ ਮੁਤਾਬਕ ਜਿਨ੍ਹਾਂ ਦੀ ਉਮਰ 12 ਸਾਲ ਦੇ ਇਸ ਤੋਂ ਵੱਧ ਹੈ ਉਹਨਾਂ ਵਿੱਚ 91.3% ਆਬਾਦੀ ਵੱਲੋਂ ਕੋਵਿਡ-19 ਵੈਕਸੀਨ ਦੇ 2 ਡੋਜ਼
93.1% ਦੀ ਆਬਾਦੀ ਵੱਲੋਂ ਕੋਵਿਡ-19 ਵੈਕਸੀਨ ਦੀ ਪਹਿਲੀ ਡੋਜ਼, 56.9% ਵੱਲੋਂ ਕੋਵਿਡ-19 ਵੈਕਸੀਨ ਦੇ 3 ਟੀਕੇ ਲਗਵਾਏ ਗਏ। 5 ਸਾਲ ਤੋਂ 11 ਸਾਲ ਵਾਲਿਆਂ ਵਿੱਚ 56.5% ਵੱਲੋਂ ਕੋਵਿਡ-19 ਵੈਕਸੀਨ ਦੀ ਪਹਿਲੀ ਡੋਜ਼, 35.9% ਵੱਲੋਂ ਕੋਵਿਡ-19 ਵੈਕਸੀਨ ਦੇ ਦੋਨੋਂ ਟੀਕੇ ਲਗਵਾਏ ਗਏ ਨੇ। ਸੂਬੇ ਵਿੱਚ ਟੈਸਟ ਪੋਜ਼ਿਟਿਵਿਟੀ ਰੇਟ 9.6% ਦੱਸਿਆ ਗਿਆ, ਜੋ ਕਿ ਪਿਛਲੇ ਹਫ਼ਤੇ 10.7% ਸੀ। ਕਿਊਬਿਕ ਦੇ ਹਸਪਤਾਲ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 1000 ਤੋਂ ਵੱਧ ਹੈ। ਇੱਥੇ ਹਸਪਤਾਲ ਵਿੱਚ 1562 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ ਤੇ ਇੰਟੈਂਸਿਵ ਕੇਅਰ ਅਧੀਨ 53 ਬਾਰੇ ਦੱਸਿਆ ਗਿਆ। ਸੂਬੇ ਤੋਂ 24 ਘੰਟਿਆਂ ਦੌਰਾਨ 1000 ਤੋਂ ਘੱਟ ਮਾਮਲੇ ਸਾਹਮਣੇ ਆਏ। ਪ੍ਰੋਵਿੰਸ ਵਿੱਚ ਬੀਤੇ 24 ਘੰਟਿਆਂ ਦੌਰਾਨ 626 ਕੋਰੋਨਾ ਵਾਇਰਸ ਦੇ ਮਾਮਲੇ ਦਰਜ ਕੀਤੇ ਗਏ ਅਤੇ ਇਹਨਾਂ ਬੀਤੇ 24 ਘੰਟਿਆਂ ਦੌਰਾਨ 14 ਮੌਤਾਂ ਕੋਰੋਨਾ ਵਾਇਰਸ ਕਾਰਨ ਹੋ ਗਈਆਂ। ਪੈਂਡੈਮਿਕ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ 10,60,045 ਕੁੱਲ ਕੋਰੋਨਾ ਦੇ ਮਾਮਲੇ ਇੱਥੇ ਸਾਹਮਣੇ ਆ ਚੁੱਕੇ ਨੇ ਤੇ 15,326 ਮੌਤਾਂ ਕੋਰੋਨਾ ਵਾਇਰਸ ਕਾਰਨ ਹੋ ਗਈਆਂ। ਵੈਕਸੀਨੇਸ਼ਨ ਦੀ ਜਾਣਕਾਰੀ ਮੁਤਾਬਕ 5 ਸਾਲ ਤੇ ਇਸ ਤੋਂ ਵੱਧ ਉਮਰ ਵਾਲਿਆਂ ਵਿੱਚ 91% ਆਬਾਦੀ ਵੱਲੋਂ ਕੋਵਿਡ-19 ਵੈਕਸੀਨ ਦੀ ਪਹਿਲੀ ਡੋਜ਼, 55 ਵੱਲੋਂ 3 ਟੀਕੇ ਤੇ 13% ਆਬਾਦੀ ਨੇ ਕੋਵਿਡ-19 ਵੈਕਸੀਨ ਦੇ 4 ਟੀਕੇ ਲਗਵਾ ਲਏ। ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਸਪਾਊਸ ਵੀਜ਼ੇ ਵਾਲੇ ਹੋ ਰਹੇ ਪਰੇਸ਼ਾਨ, IRCC ਕੋਲ ਵੱਧ ਰਿਹਾ ਬੈਕਲੌਗ। ਮਾਂ-ਬਾਪ ਲਈ 10 ਸਾਲ ਦੇ ਵੀਜ਼ੇ ਦੀ ਮੰਗ, ਮੰਤਰੀ ਚਾਹੁੰਦੇ ਹਨ ਇਸ ਵਿੱਚ ਬਦਲਾਅ। ਵੱਧ ਰਹੀ ਮਹਿੰਗਾਈ ਬਾਰੇ ਬੋਲੇ ਜਗਮੀਤ ਸਿੰਘ, ਲਿਬਰਲ ਸਰਕਾਰ ਨੂੰ ਲਿਆ ਨਿਸ਼ਾਨੇ ਤੇ, ਟਰੱਕ ਵਾਲਿਆਂ ਨੂੰ ਟੋਲ ਤੋਂ ਮਿਲੇਗੀ ਰਾਹਤ, NDP ਨੇ ਕੀਤਾ ਇਸ ਦਾ ਵਾਅਦਾ। 18,000 ਘਰਾਂ ਦੀ ਬਿਜਲੀ ਗੁੱਲ, BC ਤੋਂ ਆਈ ਇਸ ਦੀ ਜਾਣਕਾਰੀ। ਖਬਰਾਂ ਦੇ ਇਸ ਬੁਲੇਟਿਨ ਵਿੱਚ ਇੰਨਾ ਹੀ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਸੰਗੇੜਾ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ TV ਪੰਜਾਬ।